ਹਮ ਨਾ ਸਕਤ ਕਰ ਸਿਫਤ ਤੁਮਾਰੀ। आप लेहो तुम कथा सुधारी। हम ना सकत कर सिफत तुम्हारी। आप ले हो तुम कथा सुधारी। आए प्रभु शरणागति। कृपा निध दयाल। एक अखर हर मन वस्त। नानक होत निहाल। सम्मानयोग गुरु की साजी हुई गुरु प्यारी साध संगत जी, गुरबाणी दी विचार नूं आरंभ करिए। प्रथम सिमर फतेह प्रवान करनी जी। वाहिगुरु जी का खालसा, वाहिगुरु जी की फतेह। अज दा जो पावन हुक्मनामा साहिब है वो श्री गुरु अर्जन देव जी महाराज उन्हां दी रसना तो गायन किया होया है, जो कि राग जैतसरी दे विच 701 अंग तो आरंभ हो के 702 अंग ते संपूर्ण हो जाता है जी। इस शब्द दे अंदर गुरु पातशाह जी ने उन्हां प्यारियां दा जिक्र किया है ਜਿਹੜੇ ਵਾਹਿਗੁਰੂ ਅਤੇ ਇਨਸਾਨ ਨੂੰ ਜੋੜਨ ਲਈ ਵਿਚਕਾਰਲੀ ਇੱਕ ਕੜੀ ਦਾ ਕੰਮ ਕਰਦੇ ਆ। ਜਿੱਦਾਂ ਦੋ ਕੜੀਆਂ ਨੇ, ਉਹਨਾਂ ਨੂੰ ਜੋੜਨ ਲਈ ਇੱਕ ਵਿਚਕਾਰਲੀ ਕੜੀ ਆ। ਜਿਸ ਤਰ੍ਹਾਂ ਦੋ ਪਾਟੇ ਹੋਏ ਕੱਪੜਿਆਂ ਨੂੰ ਜੋੜਨ ਦਾ ਕੰਮ ਸੂਈ ਧਾਗਾ ਸੀਵੈ, ਇਉਂ ਪਤ ਪਾਟੀ ਸਿਫਤੀ ਸੀਵੈ ਨਾਨਕ ਜੀਵਤ ਜੀਵੈ। ਜਿੱਦਾਂ ਸੂਈ ਤੇ ਧਾਗਾ ਉਹ ਕੰਮ ਕਰਦਾ। ਦੋ ਲੱਕੜਾਂ ਨੂੰ ਜੋੜਨ ਲਈ ਸਰੇਸ਼ ਆ, ਕਈ ਤਰ੍ਹਾਂ ਦੇ ਮਟੀਰੀਅਲ ਆ ਜਿਨ੍ਹਾਂ ਨਾਲ ਉਹਨਾਂ ਨੂੰ ਜੋੜਿਆ ਜਾਂਦਾ ਹੈ। ਇਸ ਤਰ੍ਹਾਂ ਹੀ ਗੁਰੂ ਦੇ ਨਾਲ ਜੋੜਨ ਲਈ ਜਿਹੜੇ ਸਿੱਖ ਹੁੰਦੇ ਆ ਜਾਂ ਕੋਈ ਵੀ ਗੁਰਮੁਖ ਹੁੰਦਾ, ਉਹਦੀ ਮਹਿਮਾ ਅੱਜ ਦੇ ਬਚਨਾਂ ਅੰਦਰ ਕਹੀ ਆ। ਗੁਰੂ ਅਰਜਨ ਦੇਵ ਜੀ ਨੇ ਫਰਮਾਉਂਦੇ ਨੇ ਕਿ ਜੈਤ ਸਰੀ ਮਹੱਲਾ ਪੰਜਵਾ, ਕੋਈ ਜਨ ਹਰ ਸਿਉ ਦੇਵੈ ਜੋਰ। ਕੋਈ ਜਨ, ਜਿਹੜੇ ਜਨ ਦੇ ਅਰਥ ਆ ਉਹ ਇੱਥੇ ਹੈਗੇ ਆ ਸੇਵਕ,
ਰੱਬ ਦਾ ਕੋਈ ਪਿਆਰਾ, ਉਹਦਾ ਕੋਈ ਦਾਸ, ਉਹਦਾ ਕੋਈ ਮਰੀਦ। ਬਹੁਤ ਲੋਕ ਇੱਥੇ ਆਉਂਦੇ ਆ, ਬਹੁਤ ਲੋਕ ਜਾਂਦੇ ਆ, ਪਰ ਗੁਰਮੁਖ ਥੋੜ੍ਹੇ ਹੁੰਦੇ ਆ। ਜੀਵ ਜਗ ਸਰਾਂ ਮੁਸਾਫਰਾਂ ਦੀ, ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ। ਕਈ ਜੀਵ ਜਨਮ ਇੱਥੇ ਲੈਣ ਆ ਕੇ, ਕਈ ਇਸ ਜਹਾਨ ਚੋਂ ਤੁਰੇ ਜਾਂਦੇ। ਕਈ ਫਲ ਦੇ ਚੇਤ ਦੀ ਰੁੱਤ ਵਾਂਗੂ, ਕਈ ਵਾਂਗ ਪਤਾਸਿਆਂ ਖੁਰੇ ਜਾਂਦੇ। ਫੜ ਗੁਰੂ ਦੇ ਚਰਨ ਦਰਬਾਰ ਸਿੰਘਾ, ਇੱਥੋਂ ਮਨਮੁਖ ਬਹੁਤ ਨਿਗੁਰੇ ਜਾਂਦੇ। ਕਈ ਫਲ ਦੇ ਚੇਤ ਦੀ ਰੁੱਤ ਵਾਂਗੂ, ਕਈ ਵਾਂਗ ਪਤਾਸਿਆਂ ਖੁਰੇ ਜਾਂਦੇ। ਫੜ ਗੁਰੂ ਦੇ ਚਰਨ ਦਰਬਾਰ ਸਿੰਘਾ, ਇੱਥੋਂ ਮਨਮੁਖ ਬਹੁਤ ਨਿਗੁਰੇ ਜਾਂਦੇ। ਕੋਈ ਇੱਕ ਥੋੜ੍ਹੀ ਜੀਵ ਜਾਂਦਾ ਹੈ। ਰੋਜ਼ ਕਿੰਨੀਆਂ ਹੀ ਅਰਥੀਆਂ ਮੋਢਿਆਂ 'ਤੇ ਚੁੱਕ ਕੇ ਸ਼ਮਸ਼ਾਨ ਘਾਟ ਲਿਜਾਈਆਂ ਜਾ ਰਹੀਆਂ ਨੇ ਜਾਂ ਦਫਨਾਈਆਂ ਜਾ ਰਹੀਆਂ ਨੇ। ਉਹਨਾਂ ਦੇ ਵਿੱਚ ਕੋਈ ਹੁੰਦਾ ਹੈ ਜਿਹਦੇ ਅੰਦਰ ਰੱਬੀ ਤੜਫ ਹੁੰਦੀ ਆ, ਤਾਂ ਉਹਦੀ ਗੱਲ ਆ ਇਸ ਸ਼ਬਦ ਦੇ ਅੰਦਰ। ਗੁਰਸਿੱਖ ਪਿਆਰਿਓ, ਕੋਈ ਜਨ ਹਰ ਸਿਉ ਦੇਵੇ ਜੋਰ। ਰੋਂਦੀ ਆ ਦੁਨੀਆ ਮਾਇਆ ਦੀ ਖਾਤਰ, ਵਪਾਰ 'ਚ ਘਾਟਾ ਪੈ ਜੇ ਰੋਂਦੇ ਆ ਸਾਰੇ। ਵਿਯੋਗ ਹੋ ਜੇ ਧੀ ਪੁੱਤਰ ਨਾਲੋਂ ਰੋਂਦੇ ਆ ਸਾਰੇ। ਕੋਈ ਚੀਜ਼ ਮਿਲੀ ਸੀ ਵਿਛੜ ਗਈ ਰੋਂਦੇ ਆ ਸਾਰੇ। ਕੋਈ ਹੁੰਦਾ ਜਿਹੜਾ ਰੱਬ ਲਈ ਰੋਂਦਾ ਵਾ ਵੀ ਮੈਂ ਰੱਬ ਨਾਲੋਂ ਵਿਛੜਿਆ, ਉਹਨਾਂ ਦੀਆਂ ਗੱਲਾਂ ਇਹ। ਕੋਈ ਜਨ ਹਰ ਸਿਉ ਦੇਵੇ ਜੋਰ, ਕੋਈ ਹੈ ਰੱਬ ਦਾ ਪਿਆਰਾ। ਗੁਰੂ ਅਰਜਨ ਦੇਵ ਜੀ ਕਹਿੰਦੇ ਜਗਿਆਸੂ ਬੇਨਤੀਆਂ ਕਰਦਾ ਕਿ ਜਿਹੜਾ ਮੈਨੂੰ ਆ ਕੇ ਟੁੱਟੇ ਹੋਏ ਨੂੰ, ਟੂਟੀ ਗਾਂਢਣ ਹਾਰ ਗੋਪਾਲ, ਟੁੱਟੇ ਹੋਏ ਨੂੰ ਵਾਹਿਗੁਰੂ ਦੇ ਨਾਲ ਜੋੜ ਦਵੇ। ਕੋਈ ਉਹਦੀਆਂ ਗੱਲਾਂ ਆ ਕੇ ਮੈਨੂੰ ਕਹਿ ਦੇਵੇ। ਫਿਰ ਗੁਰੂ ਸਾਹਿਬ ਜੀ ਕਹਿੰਦੇ ਜੇ ਕੋਈ ਇਹੋ ਜਿਹਾ ਬੰਦਾ ਮਿਲ ਜਾਵੇ ਨਾ, ਉਹਨੂੰ ਕਦੇ ਗਵਾਇਓ ਨਾ। ਗੁਰੂ ਮਹਾਰਾਜ ਕਹਿੰਦੇ ਆ ਜੇ ਕਦੇ ਕੋਈ ਤੁਹਾਨੂੰ ਕੋਈ ਗੁਰਮੁਖ ਪਿਆਰਾ ਮਿਲ ਜਾਵੇ, ਉਹਦੀ ਸੰਗਤ ਮਿਲ ਜਾਵੇ, ਜੇ ਉਹਦੇ ਸੰਗਤ ਦੇ ਵਿੱਚ ਰਹਿ ਕੇ ਤੁਹਾਨੂੰ ਦੁੱਖ ਵੀ ਝੱਲਣਾ ਪੈ ਜੇ, ਗਰੀਬੀ ਵੀ ਕੱਟਣੀ ਪੈ ਜੇ, ਉਹ ਕੱਟ ਲਿਓ। ਪਰ ਭਗਤ ਕਬੀਰ ਜੀ ਕਹਿੰਦੇ ਆ ਭੁੱਲ ਕੇ ਵੀ ਨੇਗੁਰੇ ਬੰਦੇ ਦੀ ਜਿਹੜੀ ਸੰਗਤ ਆ ਉਹ ਨਾ ਕਰਿਓ। ਤੇ ਜੇ ਜੌਂ ਦੇ ਛਿੱਲੜ ਖਾ ਕੇ ਵੀ ਗੁਜ਼ਾਰਾ ਕਰਨਾ ਪੈ ਜੇ ਤਾਂ ਕਰ ਲਿਓ, ਪਰ ਉਹਨੂੰ ਨਾ ਛੱਡਿਓ ਜਿਹੜੇ ਬੰਦੇ ਅੰਦਰ ਰੱਬ ਦੀ ਤੜਫ ਹੈ। ਤਾਂ ਉਹਨੂੰ ਆਪਾਂ ਕੀ ਦਈਏ ਫਿਰ? ਚਰਨ ਗਾਹੋ ਬਕੂ ਸੁਭ ਰਸਨਾ, ਦੀਜੈ ਪ੍ਰਾਣ ਅਕੂਰ। ਇਹਦੇ ਵਿੱਚ ਮਹਾਰਾਜ ਨੇ 3 ਗੱਲਾਂ ਆਖੀਆਂ ਨੇ ਕਿ ਚਰਨ ਗਹੂੰ, ਜੇ ਕੋਈ ਮੈਨੂੰ ਆ ਕੇ ਗੁਰੂ ਦੀ ਗੱਲ ਜਾਂ ਕੋਈ ਵੀ ਖੁਦਾ ਦੀ ਗੱਲ ਸੁਣਾਉਂਦਾ ਵਾ, ਉਹਨੂੰ ਮੈਂ ਕੀ ਦੇ ਦੇਵਾਂ? ਪਹਿਲਾਂ ਕਹਿੰਦੇ ਮੈਂ ਉਹਦੇ ਚਰਨ ਛੂਹਾਂਗਾ। ਚਰਨ ਗਹੂੰ, ਗਹੂੰ ਦੇ ਅਰਥ ਹੁੰਦਾ ਪਕੜਨਾ, ਛੂਹਣਾ ਭਾਵ ਕੀ ਮੈਂ ਉਹਦੇ ਚਰਨ ਛੂਹਾਂਗਾ। ਉਹ ਕਿਉਂ? ਕਿਉਂਕਿ ਉਹਨੇ ਮੈਨੂੰ ਗੁਰੂ ਦੀ ਗੱਲ ਆ ਜਿਹੜੀ ਜਾਂ ਰੱਬ ਦੀ ਗੱਲ ਆ ਉਹ ਸੁਣਾਈ ਆ, ਜਿਹਨੂੰ ਸੁਣ ਕੇ ਮੇਰੇ ਮਨ ਨੂੰ ਟਿਕਾ ਮਿਲਿਆ। ਪਹਿਲਾਂ ਮੈਂ ਉਹਦੇ ਚਰਨ ਗਹੂੰ, ਚਰਨ ਛੂਹਾਂਗਾ, ਪਹਿਲੀ ਗੱਲ ਇਹ ਆ। ਦੂਜੀ ਬਕੂੰ ਸੁਭ ਰਸਨਾ, ਬਕੂੰ ਦੇ ਅਰਥ ਆ ਬੋਲਣਾ, ਪਰ ਸ਼ੁਭ ਬਕੂੰ ਸ਼ੁਭ ਰਸਨਾ, ਰਸਨਾ ਤੋਂ ਮੈਂ ਸ਼ੁਭ ਬਚਨ, ਮਿੱਠੇ ਬਚਨ ਬੋਲ ਕੇ ਉਹਦਾ ਥੈਂਕ ਯੂ, ਇਹਨੂੰ ਆਪਾਂ ਕਹਿੰਦੇ ਉਹਦਾ ਧੰਨਵਾਦ, ਉਹਦਾ ਸ਼ੁਕਰਾਨਾ ਕਰਾਂਗਾ ਕਿ ਤੂੰ ਮੈਨੂੰ ਇਹ ਗੱਲ ਕਹੀ ਆ, ਤੂੰ ਮੈਨੂੰ ਗੁਰੂ ਨਾਲ ਜੋੜਿਆ। ਤੀਜੀ ਗੱਲ ਜਿਹੜੀ ਆ ਦੀਜੈ ਪ੍ਰਾਣ ਅਕੋਰ, ਉਹ ਮੈਂ ਜੇ ਆਪਣੀ ਜਾਨ ਵੀ ਦੇਣੀ ਪੈ ਗਈ ਉਹ ਇਨਸਾਨ ਦੀ ਖਾਤਰ ਮੈਂ ਦੇ ਦਾਂਗਾ। ਜਿਹਨੇ ਮੈਨੂੰ ਗੁਰੂ ਦੇ ਨਾਲ ਜੋੜਿਆ ਜਾਂ ਵਾਹਿਗੁਰੂ ਨਾਲ ਜੋੜਿਆ ਵਾ, ਤਾਂ ਇਹ 3 ਜਿਹੜੀਆਂ ਸੀ ਭੇਟਾਵਾਂ ਇਹ ਬਹੁਤ ਵੱਡੀਆਂ ਹੋ ਗਈਆਂ। ਕਿਸੇ ਦੇ ਚਰਨ ਫੜਨੇ, ਨੀਵੇਂ ਹੋਣਾ, ਮਿੱਠਾ ਬੋਲਣਾ, ਦੀਜੈ ਪ੍ਰਾਣ ਅਕੋਰ, ਇਹ ਬਹੁਤ ਔਖਾ ਕੰਮ ਆ ਸਾਡੇ ਵਾਸਤੇ। ਇਹ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹਨ ਗੁਰੂ ਮਹਾਰਾਜ ਨੇ ਕਹੀਆਂ
ਇੱਕ ਉਹ ਬੰਦਾ ਹੀ ਕਰ ਸਕਦਾ ਜਿਹੜਾ ਸਾਰਿਆਂ ਦੇ ਚਰਨਾਂ ਦੀ ਧੂੜ ਹੋ ਜੇ, ਇੰਨੀ ਨਿਮਰਤਾ ਵਾਲਾ ਹੀ ਕਰੇਗਾ। ਮਨ ਤਨ ਨਿਰਮਲ ਕਰਤ ਕਿਆਰੂ, ਹਰ ਸਿੰਚੈ ਸੁਦਾ ਸੰਜੋਰ। ਮਨ ਤੇ ਤਨ ਦੋ ਗੱਲਾਂ ਸਾਡੇ ਕੋਲੇ ਆ, ਸਰੀਰ ਤਨ। ਅੰਦਰ ਸਰੀਰ ਦੇ ਜਿਹੜਾ ਦੀਂਦਾ ਨਹੀਂ ਹੈਗਾ ਪਰ ਜਿਹਦੇ ਕਰਕੇ ਸਭ ਕੁਝ ਕਰ ਰਹੇ ਹਾਂ, ਉਹ ਆ ਮਨ। ਗੁਰੂ ਦੀ ਬਾਣੀ ਸੁਣ ਕੇ ਦੋਨੋਂ ਦਾ ਹੀ ਭਲਾ ਹੁੰਦਾ, ਦੋਨਾਂ ਦਾ ਹੀ, ਮਨ ਦਾ ਵੀ ਤੇ ਤਨ ਦਾ ਵੀ। ਮਨ ਤਨ ਨਿਰਮਲ ਕਰਤ ਕਿਆਰੂ, ਹਰਿ ਸਿੰਚੈ ਸੁਦਾ ਸੰਜੋਰ। ਕਿਉਂਕਿ ਜਦੋਂ ਆਪਾਂ ਗੁਰੂ ਨੂੰ ਸੁਣਦੇ ਹਾਂ, ਪਹਿਲੀ ਗੱਲ ਤਾਂ ਇਹ ਆ ਕਿ ਮਨ ਜਿਹੜਾ ਵਾ ਸਾਡਾ, ਉਹਨੂੰ ਠੰਡ ਪੈਂਦੀ ਆ ਉਹਦੇ ਅੰਦਰ, ਜਿਹੜਾ ਤਪਿਆ ਫਿਰਦਾ, ਬਹੁਤ ਤਪਸ਼ਾ, ਠੰਡਕ ਪੈਂਦੀ ਆ, ਸ਼ਾਂਤੀ ਆਉਂਦੀ ਆ। ਫਿਰ ਜਿਹੜੇ ਪੈਰ ਆ ਉਹ ਗਲਤ ਪਾਸੇ ਨਹੀਂ ਜਾਂਦੇ ਹੈਗੇ ਚੱਲ ਕੇ। ਜਦੋਂ ਆਪਾਂ ਗੁਰੂ ਨੂੰ ਸੁਣਦੇ ਹਾਂ, ਸੁਣਨ ਲੱਗ ਜਾਂਦੇ ਹਾਂ, ਹੱਥ ਗਲਤ ਕਰਨੋਂ ਹਟ ਜਾਂਦੇ ਆ। ਕਬੀਰ ਸਾਹਿਬ ਜੀ ਇਹਨੂੰ ਇਉਂ ਕਹਿੰਦੇ ਆ, ਪਾਵਹੁ ਤੇ ਪਿੰਗਲ ਭਇਆ, ਮਾਰਿਆ ਸਤਿਗੁਰ ਬਾਣ। ਉਸ ਦਿਨ ਦਾ ਮੈਂ ਪਿੰਗਲਾ ਹੋ ਗਿਆ ਜਿਸ ਦਿਨ ਦਾ ਮੈਂ ਗੁਰੂ ਦੇ ਸ਼ਬਦ ਨੂੰ ਸੁਣਿਆ ਤੇ ਉਹ ਤੀਰ ਮੇਰੇ ਆ ਕੇ ਵੱਜਿਆ। ਕਹਿਣ ਲੱਗੇ ਕਬੀਰ ਸਾਹਿਬ ਤੁਸੀਂ ਠੀਕ ਹੋ ਜਮਾਂ, ਪਿੰਗਲੇ ਤਾਂ ਤੁਸੀਂ ਹੈ ਨਹੀਂ ਗੇ, ਹੱਥ ਪੈਰ ਤੁਹਾਡੇ ਸਹੀ ਆ, ਕੱਪੜਾ ਬੁਣਦੇ ਹੋ, ਇਹ ਕੀ ਕਹਿ ਰਹੇ ਹੋ ਤੁਸੀਂ? ਕਹਿੰਦੇ ਸਮਝੇ ਨਹੀਂ। ਉਹਨਾਂ ਆਖਿਆ ਕਿ ਮੈਂ ਉਹ ਪਿੰਗਲਾ ਹੋ ਗਿਆ, ਬੁਰੀਆਂ ਆਦਤਾਂ ਦੇ ਮੇਰੇ ਤੀਰ ਵੱਜਿਆ, ਹੁਣ ਮੈਂ ਗਲਤ ਪਾਸੇ ਨਹੀਂ ਚੱਲ ਕੇ ਜਾਂਦਾ, ਮੇਰੇ ਪੈਰ ਉੱਧਰ ਨਹੀਂ ਜਾਂਦੇ, ਹੱਥ ਮੇਰੇ ਗਲਤ ਨਹੀਂ ਕਰਦੇ, ਪਿੰਗਲੇ ਹੋ ਗਿਆ। ਗੁਰੂ ਦਾ ਤੀਰ ਵੱਜਿਆ, ਮਾੜੀਆਂ ਆਦਤਾਂ 'ਤੇ ਵੱਜਿਆ, ਉਹ ਖਤਮ ਹੋ ਗਈਆਂ। ਮਨ ਤਨ ਨਿਰਮਲ ਕਰਤ ਕਿਆਰੂ। ਇੱਦਾਂ ਫਿਰ ਜਿਵੇਂ ਆਪਾਂ ਪਾਣੀ ਲਾਉਂਦੇ ਹਾਂ ਬਾਗਬਾਨੀ ਨੂੰ, ਘਰੇ ਸਬਜ਼ੀਆਂ ਲਾਈਆਂ ਨੇ ਕਈ ਸੰਗਤਾਂ ਦੀਆਂ, ਜਾਂ ਖੇਤ ਨੂੰ ਸਿੰਜਦੇ ਆ, ਇੱਦਾਂ ਮਨ ਵੀ ਜਿਹੜਾ ਹੈ ਉਹਨੂੰ ਲੋੜ ਹੁੰਦੀ ਆ। ਉਹ ਸੁੱਕਾ ਪਿਆ ਬਹੁਤ ਜਨਮਾਂ ਜਨਮਾਂ ਦਾ, ਬਾਣੀ ਇਹੀ ਕਹਿੰਦੀ ਆ ਵੀ ਬਹੁਤ ਆਕੜ ਗਏ ਸੀ ਤੁਸੀਂ, ਬਹੁਤ ਹਉਮੈ 'ਚ ਆ ਗਏ ਸੀਗੇ, ਪਰ ਇਹ ਸੁੱਕਾ ਪਿਆ, ਇਸ ਕਰਕੇ ਇਹਨੂੰ ਸਿੰਜਣ ਦੀ ਲੋੜ ਆ। ਤੇ ਉਹ ਰੱਬ ਦਾ ਪਿਆਰਾ ਆ ਕੇ ਉਹਨੂੰ ਪਾਣੀ ਪਾ ਦਿੰਦਾ ਹੈ। ਜਿੱਦਾਂ ਕਿ ਕੋਈ ਮੱਛੀ, ਉਹਨੂੰ ਪਾਣੀ ਵਿੱਚੋਂ ਬਾਹਰ ਕੱਢੀਏ, ਬਹੁਤ ਤੜਫੂਗੀ, ਫਿਰ ਪਾਣੀ 'ਚ ਸੁੱਟ ਦਈਏ, ਫਿਰ ਉਹ 'ਚ ਜਾਨ ਪੈ ਜੂਗੀ। ਇਸ ਤਰ੍ਹਾਂ ਹੀ ਪਹਿਲਾਂ ਅਸੀਂ ਗੁਰੂ ਤੋਂ ਵਿਛੜ ਕੇ ਉਹ ਮੱਛੀ ਵਾਂਗ ਸੀ ਜਿਹੜੀ ਪਾਣੀ ਤੋਂ ਬਗੈਰ ਆ। ਜਦੋਂ ਗੁਰੂ ਦੀ ਬਾਣੀ ਪੜ੍ਹੀ, ਬਸ ਅਸੀਂ ਉਹ ਬਣ ਗਏ ਜਿਹੜੀ ਮੱਛੀ ਪਾਣੀ 'ਚ ਰਹਿੰਦੀ ਆ। ਪਰ ਉਹ ਕਿੰਨੀ ਸੋਹਣੀ ਲੱਗਦੀ ਆ, ਆਨੰਦਮਈ, ਪੂਰੀ ਮੌਜ ਵਿੱਚ ਆ ਉਹ ਮੱਛੀ। ਧਿਆਨ ਦੇ ਨਾਲ ਉਹਨੂੰ ਦੇਖਿਓ ਕਦੇ, ਕਿੰਨਾ ਉਹਦਾ ਸੋਹਣਾ ਜੀਵਨ ਲੱਗਦਾ ਫਿਰ ਦੇਖਣ 'ਤੇ ਬਹੁਤ ਮੌਜ ਵਿੱਚ ਸੱਜੇ ਖੱਬੇ ਪਾਣੀ ਵਿੱਚ ਝੂਮਦੀ ਆ, ਆਨੰਦ ਲੈਂਦੀ ਆ ਪੂਰਾ। ਤਾਂ ਉਹ ਜੀਵਨ ਫਿਰ ਗੁਰਸਿੱਖ ਦਾ ਬਣ ਜਾਂਦਾ ਹੈ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆਤੇ ਤੋਰ। ਇਹ ਜਿਹੜਾ ਰਸ ਆ, ਇਹਦੇ ਵਿੱਚੋਂ ਮਗਨ ਹੋ ਕੇ ਤੇ ਮੈਂ ਹੁਣ ਹੋਰ ਰਸਾਂ ਵੱਲ ਨਹੀਂ ਜਾਂਦਾ, ਉਹਨਾਂ ਵੱਲੋਂ ਮੈਂ ਟੁੱਟ ਕੇ ਗੁਰੂ ਵਾਲਾ ਮੈਂ ਬਣ ਗਿਆ ਹਾਂ। ਆਇਓ ਸ਼ਰਨ ਦੀਨ ਦੁਖ ਭੰਜਨ। ਅਖੀਰਲੀਆਂ ਪੰਕਤੀਆਂ ਵੱਲ ਗੁਰੂ ਅਰਜਨ ਦੇਵ ਜੀ ਜਦੋਂ ਜਾਂਦੇ ਆ, ਸਮਝਾਉਂਦੇ ਆ ਕਿ ਮੈਂ ਤਾਂ ਬਹੁਤ ਦੁੱਖਾਂ ਦੀ ਪੰਡ ਆ ਮਹਾਰਾਜ। ਹਰ ਬੰਦੇ ਨੂੰ ਇਉਂ ਲੱਗਦਾ ਵੀ ਦੂਜਾ ਮੇਰੇ ਨਾਲੋਂ ਸ਼ਾਇਦ ਕਿਤੇ ਸੁਖੀ ਆ। ਗੁਰਬਾਣੀ ਇੱਦਾਂ ਕਹਿੰਦੀ। ਇੱਕ ਮਹਾਂਪੁਰਸ਼ਾਂ ਦੀ ਗਾਥਾ ਪੜ੍ਹ ਰਿਹਾ ਸੀ, ਸਮਝ ਜਾਓਗੇ ਵੱਧ ਹੋਰ ਵੀ। ਇੱਕ ਉਦਾਹਰਨ ਆ ਇਹਦਾ, ਸਾਖੀ। ਇੱਕ ਨੌਜਵਾਨ ਸੀ ਕੋਈ, ਤੇ ਉਹ ਕੋਈ ਗੱਲਾਂ ਹੋਈ ਜਾਂਦੀਆਂ ਘਰ ਵਿੱਚ, ਦੁਖੀ ਰਹਿਣ ਲੱਗ ਗਿਆ। ਬਹੁਤ ਕੁਝ ਆ, ਉਤਰਾ ਚੜ੍ਹਾ ਜ਼ਿੰਦਗੀ ਵਿੱਚ, ਟੋਏ ਟਿੱਬੇ, ਦੁੱਖ ਸੁੱਖ, ਖੁਸ਼ੀਆਂ ਗਮੀਆਂ, ਇਹ ਸਭ ਕੁਝ ਤਨ ਦੇ ਗਹਿਣੇ ਆ। ਇਹ ਸਾਰਾ ਕੁਝ ਹਟਾਉਣਾ ਪੈਂਦਾ ਤੇ ਉਹ ਅੱਕ ਗਿਆ। ਰੱਬ ਦੇ ਪਿਆਰਿਆਂ ਕੋਲ ਜਾ ਕੇ ਕਹਿੰਦਾ ਮੈਂ ਬਹੁਤ ਦੁਖੀ ਹਾਂ ਜੀ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਜੇ ਤੂੰ ਬਹੁਤ ਦੁਖੀ ਆ ਤੇ ਤੂੰ ਬਾਣੀ ਪੜ੍ਹਿਆ ਕਰ। ਕਹਿੰਦਾ ਨਹੀਂ ਜੀ, ਇਵੇਂ ਨਹੀਂ। ਮੇਰੇ ਜਿਹੜੀ ਇਹ ਦੁੱਖਾਂ ਦੀ ਪੰਡ ਆ,
ਮੈਂ ਕਿਸੇ ਨਾਲ ਐਕਸਚੇਂਜ ਕਰਨੀ ਚਾਹੁੰਦਾ, ਬਦਲਣੀ ਚਾਹੁੰਦਾ। ਭਾਵ ਕਿ ਤੁਸੀਂ ਇਉਂ ਕਰੋ, ਲੋਕ ਮੈਨੂੰ ਹੱਸਦੇ ਲੱਗਦੇ ਆ, ਖਿੜੇ ਖਿੜੇ ਲੱਗਦੇ ਆ, ਮੈਨੂੰ ਉਹਨਾਂ ਵਾਲੀ ਪੰਡ ਦੇ ਦਿਓ ਅਤੇ ਮੇਰੇ ਵਾਲੀ ਪੰਡ ਲੈ ਲਓ। ਇੱਦਾਂ ਕਰ ਸਕਦੇ ਹੋ ਤਾਂ ਕਰੋ, ਨਹੀਂ ਬਹੁਤਾ ਇਹ ਕਹਿਣ ਦੀ ਲੋੜ ਨਹੀਂ ਕਿ ਤੂੰ ਬੰਦਗੀ ਕਰਿਆ ਕਰ, ਤੂੰ ਆਪਦੇ ਆਪ ਨਾ ਬੈਠਿਆ ਕਰ। ਇਹ ਚੀਜ਼ਾਂ ਸਾਨੂੰ ਸਮਝ ਹੀ ਨਹੀਂ ਆਉਂਦੀ ਇਹਨਾਂ ਦੀ। ਬਸ ਸਿੱਧਾ ਸਿੱਧਾ ਵੀ ਪੰਡ ਮੇਰੀ ਬਦਲ ਲਓ, ਕਹਿੰਦੇ ਚੱਲ ਤੂੰ ਕੱਲ੍ਹ ਆ ਜੀ, ਅਤੇ ਸਾਧ ਸੰਗਤ ਵੀ ਆਊਗੀ, ਜਿਹੜੀ ਤੈਨੂੰ ਠੀਕ ਲੱਗਦੀ ਆ ਅਤੇ ਉਹ ਲੈ ਲਈ ਤੂੰ, ਫਿਰ ਆਪਾਂ ਬਦਲ ਦਾਂਗੇ। ਤਾਂ ਸਾਰੇ ਫਿਰ ਕਿਹਾ ਜਾਂਦਾ ਇੱਕ ਸਾਖੀ ਆ ਸਮਝਾਉਣ ਲਈ। ਉਹ ਆਪਦੀਆਂ ਪੰਡਾਂ ਲੈ ਕੇ ਆਏ ਹੋਏ ਸੀ। ਇਹ ਕਿਸੇ ਦੀ ਪੰਡ ਇਹਨੂੰ ਲੱਗਾ ਪਹਿਲਾਂ ਵੀ ਮੈਂ ਚੁੱਕ ਲਾਂ, ਸੀ ਛੋਟੀ, ਇਹਨੇ ਛੋਟੀ ਚੁੱਕੀ ਪਰ ਸੀ ਭਾਰੀ। ਕਈ ਵਾਰ ਇਵੇਂ ਹੁੰਦਾ, ਕਈ ਪੰਡਾਂ ਛੋਟੀਆਂ ਨੇ ਪਰ ਹੈਗੀਆਂ ਉਹ ਭਾਰੀਆਂ ਨੇ, ਆਮ ਵਜਨ ਵਿੱਚ ਵੀ ਹੋ ਜਾਂਦਾ, ਉਹਨਾਂ 'ਚ ਭਾਰੀ ਚੀਜ਼ ਹੁੰਦੀ ਹੈ। ਜ਼ਰੂਰੀ ਨਹੀਂ ਵੱਡੀ ਪੰਡ ਜਿਹੜੀ ਆ ਉਹ ਭਾਰੀ ਹੋਵੇ। ਜਿਵੇਂ ਤੂੜੀ ਦੀ ਪੰਡ ਅਤੇ ਲੋਹੇ ਦੇ ਸਾਜੋ ਸਮਾਨ ਦੀ ਪੰਡ ਭਾਵੇਂ ਛੋਟੀ ਹੋਵੇ, ਤੂੜੀ ਦੀ ਪੰਡ ਵੱਡੀ ਹੋਵੇ, ਵੱਡੀ ਪੰਡ ਹੁਣ ਹਲਕੀ ਹੋਊਗੀ। ਤਾਂ ਇਹਨੇ ਫਿਰ ਆਪਦੀ ਜਿਹੜੀ ਕਹਿੰਦੇ ਹੁੰਦੇ ਆ ਸਿਆਣਪ ਸਮਝ ਲਈ, ਕਹਿੰਦਾ ਮੈਂ ਸਭ ਤੋਂ ਛੋਟੀ ਪੰਡ ਚੁੱਕੂੰਗਾ। ਚੁੱਕ ਲਈ, ਅੱਧਾ ਕੋ ਮਸਾਂ ਚੱਲਿਆ ਸੀ ਅਤੇ ਤੁਰਿਆ ਨਾ ਜਾਵੇ ਇਹਦੇ ਤੋਂ। ਵਾਪਸ ਆਇਆ, ਕਹਿੰਦਾ ਮੈਨੂੰ ਮੇਰੀ ਪੰਡ ਹੀ ਦੇ ਦਿਓ ਵਾਪਸ, ਮੈਂ ਉਹਦੇ ਨਾਲ ਹੀ ਠੀਕ ਹਾਂ। ਇਸ ਕਰਕੇ ਭਗਤ ਫਰੀਦ ਜੀ ਵੀ ਇਹ ਕਹਿੰਦੇ ਆ, ਮੈਂ ਜਾਣਿਆ ਦੁੱਖ ਮੁਝਕੂ ਫਰੀਦਾ, ਦੁੱਖ ਸੁਭਾਇਐ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਕਰੇ ਹੱਗ। ਉੱਚੇ ਚੜ੍ਹ ਕੇ ਦੇਖਣ ਦਾ ਮਤਲਬ ਕੋਠੇ ਚੜ੍ਹ ਕੇ ਦੇਖਣ ਦੀ ਗੱਲ ਨਹੀਂ ਕਰ ਰਹੇ, ਆਪ ਦੀ ਸੁਰਤ ਨੂੰ ਉੱਚੀ ਕਰਕੇ ਦੇਖਿਆ ਵਾ ਸੰਗਤਾਂ ਫਕੀਰਾਂ ਦੀ ਸੰਗਤ ਵਿੱਚ ਆ ਕੇ ਕਿ ਮੈਂ ਇਕੱਲਾ ਹੀ ਦੁਖੀ ਨਹੀਂ, ਲੋਕ ਵੀ ਦੁਖੀ ਆ, ਮੈਨੂੰ ਇਕੱਲੇ ਨੂੰ ਹੀ ਦੁੱਖ ਨਹੀਂ ਲੱਗ ਰਿਹਾ, ਲੋਕ ਵੀ ਦੁੱਖ ਦੇ ਵਿੱਚ ਆ, ਪੀੜਾ 'ਚ ਆ। ਤਾਂ ਆਇਓ ਸ਼ਰਨ ਦੀਨ ਦੁੱਖ ਭੰਜਨ। ਹੁਣ ਮੈਂ ਇੰਨਾ ਜਦੋਂ ਦੁਖੀ ਹਾਂ ਅਤੇ ਦੁਖੀ ਬੰਦਾ ਮੈਨੂੰ ਸੁਖੀ ਨਹੀਂ ਕਰ ਸਕਦਾ। ਤਾਂ ਇਹ ਤੁਸੀਂ ਸਮਝ ਲਓ ਗੱਲ। ਗੁਰੂ ਸਾਹਿਬ ਜੀ ਦੁਖੀ ਨਹੀਂ ਹੈਗੇ, ਗੁਰੂ ਸਾਹਿਬ ਜੀ ਨੂੰ ਕੋਈ ਦੁੱਖ ਨਹੀਂ, ਕੋਈ ਗਮ ਨਹੀਂ। ਜਿਨ੍ਹਾਂ ਨੂੰ ਮੈਂ ਸਮਝਦਾ ਵੀ ਉਹ ਮੇਰੇ ਦੁੱਖ ਤੋੜ ਦੇਣਗੇ, ਉਹ ਤਾਂ ਆਪ ਵਿਚਾਰੇ ਦੁਖੀ ਆ। ਉਹਨਾਂ ਕੋਲ ਪੰਡ ਹਾਂ ਵੱਡੀ ਛੋਟੀ ਹੋ ਸਕਦੀ ਆ, ਪਰ ਪੰਡਾਂ ਸਭ ਕੋਲ ਹੀ ਆ। ਤਾਂ ਮੈਂ ਇਹ ਸਾਰੀਆਂ ਗੱਲਾਂ ਸਮਝ ਕੇ ਗੁਰੂ ਜੀ ਤੁਹਾਡੀ ਸ਼ਰਨ ਆਇਆ ਵਾਂ। ਇਹ ਅਖੀਰਲੀਆਂ ਪੰਕਤੀਆਂ ਵਿੱਚ ਅਸਲ ਵਿੱਚ ਇਹ ਕਹਿ ਰਹੇ ਆ, ਆਇਓ ਸ਼ਰਨ ਦੀਨ ਦੁੱਖ ਭੰਜਨ। ਭੰਜਨ ਦਾ ਅਰਥ ਹੁੰਦਾ ਨਾਸ ਕਰਨਾ, ਖਤਮ ਕਰਨਾ, ਦੁੱਖਾਂ ਨੂੰ ਖਤਮ ਕਰਨ ਵਾਲੇ ਵਾਹਿਗੁਰੂ ਚਿਤਵੋ ਤੁਮਰੀ ਓਰ। ਮੈਂ ਤੁਹਾਡੇ ਨਾਲ ਚਿੱਤ ਜੋੜਿਆ ਵਾ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਸ਼ੋਰ। ਮੈਨੂੰ ਉਹ ਦਾਨ ਦੇਵੋ ਕਿ ਮੈਂ ਡੋਲਾਂ ਨਾ, ਸਿਮਰਨ ਦੇਵੋ ਅਤੇ ਮੇਰੇ ਬੰਧਨ ਕੱਟ ਦੇਵੋ। ਇਹ ਗੁਰੂ ਅਰਜਨ ਦੇਵ ਜੀ ਕਹਿੰਦੇ ਆ। ਗੁਰਸਿੱਖ ਪਿਆਰਿਓ, ਇਹ ਅੱਜ ਦੇ ਹੁਕਮਨਾਮੇ ਵਿੱਚ ਉਹਨਾਂ ਨੇ ਸਾਡੀ ਝੋਲੀ ਵਿੱਚ ਇਹ ਦਾਤ ਪਾਈ ਆ। ਤਾਂ ਇਹਨੂੰ ਅਸੀਂ ਥੋੜ੍ਹਾ ਬਹੁਤਾ, ਭਾਵ ਕਿ ਕਹਿੰਦੇ ਹੁੰਦੇ ਨੇ, ਕਿਸੇ ਮਹਾਂਪੁਰਸ਼ ਨੇ ਆਖਿਆ, ਕਹਿੰਦੇ ਬਾਣੀ ਇਵੇਂ ਨਹੀਂ ਕਹਿਣਾ ਚਾਹੀਦਾ ਵੀ ਬਾਣੀ ਪੜ੍ਹਿਆ ਕਰੋ, ਬਾਣੀ ਸੁਣਿਆ ਕਰੋ, ਇਉਂ ਕਹਿਣਾ ਚਾਹੀਦਾ ਬਾਣੀ ਬਣਿਆ ਕਰੋ। ਇਕੱਲੀ ਪੜ੍ਹਨ ਦੇ ਨਾਲ ਜਾਂ ਸੁਣਨ ਦੇ ਨਾਲ ਫਰਕ ਨਹੀਂ ਪੈਂਦਾ। ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਉਹਦੇ ਜੈਸੇ ਹੋਣ ਦੀ, ਇੱਕ ਪਾਸੇ ਬਾਣੀ ਪਈ ਆ, ਇੱਕ ਪਾਸੇ ਮੇਰਾ ਮਨ ਪਿਆ, ਜਦੋਂ ਅਸੀਂ ਵੇਖਦੇ ਹਾਂ ਵੀ ਇਹਦੇ ਵਿੱਚ ਅਜੇ ਬਹੁਤ ਫਰਕ ਆ, ਮੇਰਾ ਮਨ ਬਾਣੀ ਵਰਗਾ ਨਹੀਂ, ਬਾਣੀ ਨਾਲ ਤੁਲਨਾ ਕਰਕੇ ਦੇਖੀਏ, ਕੰਪੇਅਰ ਕਰਕੇ ਦੇਖੀਏ, ਮੈਂ ਬਾਣੀ ਜੈਸਾ ਨਹੀਂ ਹੈਗਾ, ਤਾਂ ਉਦੋਂ ਫਿਰ ਤੁਹਾਡਾ ਜੀਅ ਕਰੂਗਾ, ਜਦੋਂ ਸਮਝ ਤੁਹਾਨੂੰ ਆਵੇਗੀ ਮੈਂ ਇਹਦੇ ਜੈਸਾ ਸੁਭਾਅ ਬਣਾਵਾਂ, ਇਹਦੇ ਵਰਗਾ ਸੁਭਾਅ ਬਣਾ ਲੈਣਾ ਹੀ ਗੁਰੂ ਦੇ ਨਾਲ ਅਸਲੀ ਮਿਲਣਾ ਵਾ। ਉਹ ਭਾਵੇਂ ਅਸੀਂ ਕੋਲ ਬੈਠੇ ਹਾਂ ਮਹਾਰਾਜ ਦੇ, ਮੈਂ ਬਿਲਕੁਲ ਲਾਗੇ ਹਾਂ, ਤੁਸੀਂ ਵੀ ਗੁਰਦੁਆਰੇ ਸਜੇ ਹੋ, ਇੱਦਾਂ ਇਹ ਮਿਲਾਪ ਨਹੀਂ, ਇਵੇਂ ਤਾਂ ਅਸੀਂ ਬਿਲਕੁਲ ਕੋਲ ਬੈਠੇ ਹਾਂ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਇੱਥੇ ਬਣੀਐ ਸ਼ਬਦ ਆ, ਮਹਾਰਾਜ ਦੀ ਬਾਣੀ ਬਣੀਐ,
ਬਾਣੀ ਬਣੀ ਹੈ। ਇਹਦਾ ਅਰਥ ਕੀ ਆ ਵੀ ਬਾਣੀ ਪੜ੍ਹੋ ਨਾ ਇਕੱਲੀ, ਬਾਣੀ ਸੁਣੋ ਨਾ, ਬਾਣੀ ਬਣ ਜੋ। ਕਥਾ ਕਰੋ ਨਾ ਜਾਂ ਕਥਾ ਸੁਣੋ ਨਾ, ਕਥਾ ਵਰਗੇ ਹੋ ਜੋ। ਕੀਰਤਨ ਇਕੱਲਾ ਕਰੋ ਨਾ, ਕੀਰਤਨ ਇਕੱਲਾ ਸੁਣੋ ਨਾ। ਉਹਦਾ ਜੈਸਾ, ਉਹਦੇ ਵਿੱਚ ਕਿੰਨੀ ਠੰਡ ਆ। ਕੀਰਤਨ ਜਿਹੜੇ ਵਧੀਆ ਰਾਗੀ ਨੇ, ਵਧੀਆ ਪੂਰੇ, ਕਦੇ ਉਹ ਮੰਤਰ ਮੁਗਧ ਕਰ ਦਿੰਦੇ ਆ ਚੰਗੇ। ਮੈਂ ਉਹਨਾਂ ਦੀ ਗੱਲ ਕਰਦਾ ਜਿਨ੍ਹਾਂ ਨੇ ਮਿਹਨਤ ਕੀਤੀ ਹੋਈ ਆ ਇਹ ਫੀਲਡ ਦੇ ਵਿੱਚ। ਤਾਂ ਉਹਦੇ ਵਿੱਚ ਤੁਸੀਂ ਖੁੱਭ ਜਾਓਗੇ, ਨਿਕਲ ਨਹੀਂ ਸਕਦੇ। ਇਹ ਐਸੀਆਂ ਪਿਆਰੇ ਦੀਆਂ ਗੱਲਾਂ ਨੇ। ਤਾਂ ਬਣੋ ਬਣੋ ਬਣੋ। ਉਹ ਕਹਿ ਰਹੇ ਆ ਬਾਣੀ ਪੜ੍ਹੋ ਤਾਂ ਕਿ ਤੁਸੀਂ ਬਾਣੀ ਬਣ ਜਾਓ ਇੱਕ ਦਿਨ। ਇਹ ਗੁਰੂ ਸਾਹਿਬ ਜੀ ਨੇ ਆਖਿਆ ਹੈ। ਤਾਂ ਜਿਹੜੀ ਆਪਾਂ ਰੋਜ਼ਾਨਾ ਸਾਖੀ ਦੀ ਸਾਂਝ ਪਾਉਂਦੇ ਹੁੰਦੇ ਹਾਂ, ਹੁਣ ਉਹਨੂੰ ਲੈ ਕੇ ਕੁਝ ਸ਼ਬਦ ਜਿਵੇਂ ਮਹਾਰਾਜ ਬੁਲਾਵੇਗਾ। ਅਤੇ ਇੱਕ ਨਾ ਨਦੀ ਹੈ, ਨਦੀ ਦੇ ਦੁਆਲੇ ਬਹੁਤ ਇਕੱਠ ਆ। ਇਹ ਨਦੀ ਜਿਹੜੀ ਆ ਇਹਦਾ ਨਾਮ ਆ ਵੇਈ ਨਦੀ। ਲੋਕ ਉੱਥੇ ਬਹੁਤ ਇਕੱਠੇ ਹੋਏ ਵੇ ਆ। ਕੁਝ ਲੋਕ ਰੋ ਰਹੇ ਆ, ਕੁਝ ਲੋਕ ਰੋ ਰਹੇ ਨੇ, ਵਿਰਲਾਪ ਕਰ ਰਹੇ ਨੇ, ਨਦੀ ਦੇ ਕਿਨਾਰੇ ਖੜੇ ਹੋਏ। ਕੁਝ ਲੋਕ ਇਹ ਕਹਿ ਰਹੇ ਆ, ਕਹਿੰਦੇ ਨੇ ਆਹ ਜਿਹੜਾ ਡੁੱਬ ਗਿਆ ਨਾ ਨਦੀ ਵਿੱਚ, ਇਹ ਕੋਈ ਵਿਆਜ ਤੇ ਪੈਸੇ ਥੋੜ੍ਹੀ ਦਿੰਦਾ ਸੀ। ਇਹ ਕੋਈ ਵਿਆਜ ਤੇ ਪੈਸੇ ਥੋੜ੍ਹੀ ਦਿੰਦਾ ਸੀ, ਵਿਆਜ ਤੇ ਕੋਈ ਕਾਰੋਬਾਰ ਥੋੜ੍ਹੀ ਸੀ ਇਹਦਾ। ਇਹ ਤਾਂ ਇਉਂ ਵੰਡਦਾ ਸੀ ਜਿਵੇਂ ਰਾਜਾ ਹੋਵੇ ਤੇ ਰਾਜੇ ਦਾ ਹੋਵੇ ਵਿਆਹ, ਤੇ ਮੰਗਤਿਆਂ ਨੂੰ ਉਹ ਝੋਲੀਆਂ ਭਰ ਦੇਵੇ। ਇਹ ਤਾਂ ਇੱਦਾਂ ਦਾ ਸੀ। ਲੱਗਦਾ ਹੁਣ ਇਹਨੂੰ ਲਾਭ ਜਿਹੜਾ ਸੀ ਹੋਇਆ ਨਹੀਂ ਹੋਣਾ, ਨੁਕਸਾਨ ਕਰਤਾ ਹੋਣਾ ਇਹਨੇ। ਨਵਾਬ ਨੂੰ ਕੀ ਮੂੰਹ ਦਿਖਾਉਂਦਾ ਤੇ ਤਾਂ ਡੁੱਬ ਗਿਆ ਹੈ। ਨਦੀ ਦੇ ਕਿਨਾਰੇ, ਇਹ ਵੇਈ ਨਦੀ ਦੇ ਕਿਨਾਰੇ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਨੇ। ਕੁਝ ਲੋਕ ਕੁਝ ਕਹਿ ਰਹੇ ਆ, ਕੁਝ ਕਹਿ ਰਹੇ ਆ। ਮਹਾਤਮਾ ਬੁੱਧ ਜੀ ਦਾ ਗ੍ਰੰਥ ਪੜ੍ਹਦੇ ਅਸੀਂ, ਧੰਮਪਦ, ਬਹੁਤ ਸੋਹਣਾ ਗ੍ਰੰਥ ਆ। ਕਦੇ ਜ਼ਿੰਦਗੀ 'ਚ ਸਮਾਂ ਹੋਇਆ ਤੇ ਲੈ ਕੇ ਪੜ੍ਹਿਓ। ਇਹ ਦੁਨੀਆ 'ਚ ਇਹੋ ਜਿਹਾ ਬੰਦਾ ਕਹਿੰਦੇ ਕੋਈ ਪੈਦਾ ਹੀ ਨਹੀਂ ਹੋਇਆ ਜਿਹਦੀ ਨਿੰਦਾ ਨਾ ਹੋਈ ਹੋਵੇ ਤੇ ਸੋਭਾ ਨਾ ਹੋਈ ਹੋਵੇ। ਨਿੰਦਾ ਵੀ ਹੋਊਗੀ ਤੁਹਾਡੀ, ਨਫ਼ਰਤ ਕਰਨ ਵਾਲੇ ਨਿੰਦਿਆ ਕਰਨਗੇ, ਤੇ ਤੁਹਾਡੀ ਸਿਫਤ ਵੀ ਹੋਊਗੀ, ਤੁਹਾਡੇ ਆਪਣੇ ਤੁਹਾਡੀ ਸਿਫਤ ਕਰਨਗੇ। ਦੋਨੋਂ ਗੱਲਾਂ ਤੁਹਾਨੂੰ ਝੱਲਣੀਆਂ ਪੈਣਗੀਆਂ। ਤੇ ਉਹ ਕਹਿੰਦੇ ਨੇ ਆ ਜਿਹੜਾ ਡੁੱਬ ਗਿਆ ਨਾ ਨਦੀ ਵਿੱਚ, ਕਹਿੰਦੇ ਨੇ ਕਿ ਬਾਹਰ ਨਹੀਂ ਆ ਰਿਹਾ। ਕਿਸੇ ਨੇ ਆ ਕੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ, ਤੇ ਮੈਂ ਉਹ ਜਿਹੜਾ ਦਾਸ ਸੀ ਉੱਥੇ ਇੱਕ, ਉਹ ਕਹਿੰਦਾ ਕਿ ਉਹ ਨਿਕਲੇ ਨਹੀਂ ਬਾਹਰ ਨਹੀਂ ਆਏ। ਇਹ ਉੱਥੋਂ ਦੀ ਸੁਲਤਾਨਪੁਰ ਦੀ ਘਟਨਾ। ਵੇਈ ਨਦੀ ਉੱਥੇ ਵਗਦੀ ਆ। ਲੋਕ ਕਹਿਣ ਲੱਗੇ ਤਾਂ ਹੋਣਾ ਹੀ ਸੀ, ਭੁੱਖਿਆਂ ਨੂੰ ਇਹ ਰੋਟੀ ਖਵਾਉਂਦਾ ਸੀ ਰੋਜ਼। ਆਪਦੇ ਕੋਲ ਇਹਦੇ ਕੋਲ ਕੀ ਕੁਝ ਆ, ਪੈਸੇ ਬਾਹਲੇ ਨਹੀਂ ਇਹਦੇ ਕੋਲੇ ਹੈਗੇ। ਇਹ ਤਾਂ ਰਾਜਿਆਂ ਦੇ ਵਾਂਗ ਕਰ ਰਿਹਾ ਸੀ, ਤੇ ਘਾਟਾ ਦੇਖਿਆ ਹੋਣਾ ਮੋਦੀ ਖਾਨੇ 'ਚ ਡੁੱਬ ਗਿਆ ਵੀ ਨਵਾਬ ਨੂੰ ਕੀ ਮੂੰਹ ਦਿਖਾਊਂਗਾ। ਤੇ ਸਭ ਕੁਝ ਭਾਵੇਂ ਲੇਖਾ ਹੋਇਆ 135 ਰੁਪਈਏ ਪਹਿਲੀ ਵਾਰ ਵੱਧ ਨਿਕਲੇ ਆ, ਚਲੋ 321 ਰੁਪਏ ਦੂਜੀ ਵਾਰ ਨਿਕਲੇ ਆ, ਚਲੋ 600 ਤੋਂ ਵੱਧ ਰੁਪਈਏ ਤੀਜੀ ਵਾਰ ਨਿਕਲੇ ਆ। ਪਰ ਜ਼ਰੂਰੀ ਨਹੀਂ ਨਾ ਵੀ ਹਰ ਵਾਰ ਹੀ ਵੱਧ ਨਿਕਲਣਗੇ। ਇਸ ਵਾਰ ਘਾਟਾ ਪੈ ਗਿਆ ਤੇ ਛਾਲ ਮਾਰਤੀ ਹੋਣੀ ਆ। ਲੋਕ ਉੱਥੇ ਗੱਲਾਂ ਕਰ ਰਹੇ ਸੀਗੇ। ਮਾਤਾ ਸੁਲੱਖਣੀ ਜੀ ਵੀ ਆਏ ਉੱਥੇ, ਗੁਰੂ ਸਾਹਿਬ ਜੀ ਦੇ ਮਹਿਲ ਕਹਿੰਦੇ ਆ ਪਤਨੀ ਨੂੰ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਵੀ ਆਏ। 3.5 ਸਾਲ ਦੇ ਸੀਗੇ ਬਾਬਾ ਸ਼੍ਰੀ ਚੰਦ ਜੀ ਉਦੋਂ, ਉਹਨਾਂ ਨੂੰ ਵੀ ਲੈ ਕੇ ਆਏ। ਰੋ ਰਹੇ ਸੀ ਉੱਥੇ ਕਿ ਜਿਹੜੇ ਮੇਰੇ ਪਤੀ ਹਨ ਗੁਰੂ ਨਾਨਕ ਸਾਹਿਬ ਜੀ, ਉਹ ਵੇਈ ਨਦੀ ਵਿੱਚ ਡੁੱਬ ਗਏ। ਤੇ ਜੈ ਰਾਮ ਜੀ ਵੀ ਰੋਣ ਲੱਗ ਗਏ, ਕਹਿਣ ਲੱਗੇ ਕੀ ਹੋ ਗਿਆ। 3 ਦਿਨ ਮਹਾਰਾਜ ਉੱਥੋਂ ਭਾਵ ਕਿ 3 ਦਿਨ ਉੱਥੇ ਵੇਈ ਨਦੀ ਵਿੱਚ ਰਹੇ ਆ, ਅਲੋਪ ਰਹੇ। ਜਿਹਨੂੰ ਕਿਹਾ ਜਾਂਦਾ ਇਹ ਰੱਬ ਦੇ ਨਾਲ ਇੱਕ ਮੁਲਾਕਾਤ ਸੀ। ਕਵੀ ਸੰਤੋਖ ਸਿੰਘ ਨੇ ਤਾਂ ਇਵੇਂ ਲਿਖਿਆ ਕਿ ਵਾਹਿਗੁਰੂ ਜੀ ਨੇ ਉੱਥੋਂ ਹੀ ਡਿਊਟੀ ਲਾਈ ਆ ਕਿ ਹੁਣ ਸੁਲਤਾਨਪੁਰ ਛੱਡ ਕੇ ਚਲੇ ਜਾਓ, 4 ਉਦਾਸੀਆਂ ਕਰੋ। ਇਹ ਰੱਬ ਦੇ ਨਾਲ ਵੇਈ ਨਦੀ ਵਿੱਚ ਦੀ ਗਾਂ ਸੱਚਖੰਡ ਨੂੰ ਗਏ ਆ, ਉੱਥੋਂ ਸਾਰਾ ਹੁਕਮ ਹੋਇਆ ਹੈ ਤੇ ਖੁਦ ਖੁਦਾ ਬਣ ਕੇ ਆਏ ਆ ਫਿਰ, ਤੇ 4 ਉਦਾਸੀਆਂ ਕੀਤੀਆਂ। ਸਾਰੇ ਰੋ ਰਹੇ ਆ ਵੇਈ ਨਦੀ ਤੇ ਖੜੇ ਹੋਏ। ਭਾਵ ਮੇਰਾ ਇਹ ਆ, ਇੱਕ ਕੋਈ
ਬੀਬੀ ਖੜੀ ਹੈ ਉਹ ਰੋ ਨਹੀਂ ਰਹੀ, ਉਹ ਰੋ ਨਹੀਂ ਰਹੀ ਜੀ। ਉਹ ਇਹ ਕਹਿ ਰਹੀ ਆ ਕਿ ਉਹ ਜਿਹੜਾ ਮੇਰਾ ਵੀਰ ਆ, ਸਾਰੇ ਰੋਵੋ ਨਾ, ਉਹ ਡੁੱਬ ਨਹੀਂ ਸਕਦਾ ਹੈਗਾ, ਉਹਦਾ ਇਕੱਲੀ ਦਾ ਹੀ ਯਕੀਨ ਆ, ਬਾਕੀ ਸਾਰੇ ਰੋ ਰਹੇ ਆ। ਪਰਮਾਨੰਦ ਜੀ ਜਿਹੜੇ ਬੇਬੇ ਨਾਨਕੀ ਜੀ ਦੇ ਸਹੁਰਾ ਸਾਹਿਬ ਜੀ, ਉਹਨਾਂ ਦਾ ਨਾਮ ਸੀ ਪਰਮਾਨੰਦ, ਉਹ ਵੀ ਰੋਣ ਲੱਗ ਗਏ। ਇਹ ਕੀ ਹੋ ਗਿਆ? ਸਾਰੇ ਕਹਿੰਦੇ ਕਿ ਕਈ ਜਿਨ੍ਹਾਂ ਨੂੰ ਮਹਾਰਾਜ ਨੇ ਝੋਲੀਆਂ ਭਰੀਆਂ, ਉਹ ਕਹਿੰਦੇ ਹੁਣ ਸਾਡਾ ਕੀ ਬਣੂਗਾ, ਹੁਣ ਕਿਹੜਾ ਮੋਦੀ ਆਊਗਾ ਇੱਥੇ। ਨਵਾਬ ਕਹਿਣ ਲੱਗਾ ਦੌਲਤ ਖਾਂ, ਮੈਨੂੰ ਇੰਨਾ ਚੰਗਾ ਮੋਦੀ ਦੀ ਕਾਰ ਕਰਨ ਵਾਲਾ ਭਲਾ ਬੰਦਾ ਨਹੀਂ ਮਿਲਣਾ। ਨਵਾਬ ਵੀ ਰੋ ਰਿਹਾ ਵਾ, ਨਵਾਬ ਵੀ ਅਫਸੋਸ ਕਰ ਰਿਹਾ ਹੈ। ਗੋਤਾਖੋਰ ਲੱਭ ਰਹੇ ਆ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਲੱਭ ਜਾਣਗੇ। ਕਹਿੰਦੇ ਚਲੋ ਜਿਹੜੀ ਸਰੀਰ ਆ, ਸਰੀਰ ਹੀ ਲੱਭ ਜੇ ਉਹਨਾਂ ਦਾ, ਮ੍ਰਿਤਕ ਸਰੀਰ ਆ ਉਹੀ ਲੱਭ ਜੇ। ਉਹ ਆਪਦੇ ਹਿਸਾਬ ਨਾਲ ਗੱਲਾਂ ਕਰ ਰਹੇ ਆ, ਲੱਭ ਨਹੀਂ ਰਹੇ। ਹੋਰ ਕਹਿੰਦੇ ਕੋਈ ਚਲੋ ਜਿਹੜੇ ਰਹਿਣ ਵਾਲੇ ਹੁੰਦੇ ਆ ਜੀਵ, ਜਲ ਜੀਵ ਹੁੰਦੇ ਆ, ਖਾ ਗਿਆ ਹੋਵੇਗਾ, ਕਈ ਐਵੇਂ ਕਹਿੰਦੇ ਆ। ਜਿੰਨੇ ਲੋਕ ਆਉਂਦੀਆਂ ਗੱਲਾਂ ਉੱਥੇ ਹੋ ਰਹੀਆਂ ਨੇ। ਬੇਬੇ ਨਾਨਕੀ ਜੀ ਆ ਇੱਕ, ਬਸ ਉਹਨਾਂ ਹੀ ਕਿਹਾ ਕਿ ਮੇਰਾ ਵੀਰ ਡੁੱਬ ਨਹੀਂ ਸਕਦਾ, ਬਾਕੀ ਸਾਰਿਆਂ ਦਾ ਵਿਸ਼ਵਾਸ ਟੁੱਟ ਗਿਆ। ਇੱਕੋ ਹੀ ਬੇਬੇ ਨਾਨਕੀ ਜੀ ਸੀਗੇ ਜਿਨ੍ਹਾਂ ਨੇ ਕਿਹਾ ਨਹੀਂ ਰੋਵੋ ਨਾ। ਆਪਣੀ ਭਰਜਾਈ ਨੂੰ ਆਖਿਆ, ਭਾਬੀ ਜੀ ਨੂੰ ਆਖਿਆ ਰੋਣ ਦੀ ਲੋੜ ਨਹੀਂ, ਮਾਤਾ ਸੁਲੱਖਣੀ ਜੀ ਨੂੰ, ਵੀਰਾ ਕਿਤੇ ਨਹੀਂ ਗਿਆ, ਆਵੇਗਾ। ਤੇ 3 ਦਿਨ ਮਹਾਰਾਜ ਅਲੋਪ ਰਹੇ ਵੇਈ ਨਦੀ ਵਿੱਚ। ਤਾਂ ਇਹ ਮੁਲਾਕਾਤ ਸੀ, ਸਾਰੇ ਵਿਦਵਾਨ ਹੀ ਲਿਖਦੇ ਆ, ਪਰਮਾਤਮਾ ਦੀ, ਗੁਰੂ ਨਾਨਕ ਸਾਹਿਬ ਜੀ ਦੀ। ਇੱਥੋਂ ਹੀ ਹੁਕਮ ਹੋਇਆ। ਵੇਈ ਨਦੀ ਵਿੱਚੋਂ ਬਾਹਰ ਆ ਕੇ ਹੀ ਸ਼ਬਦ ਆਖੇ ਸੀ, ਨਾ ਕੋ ਹਿੰਦੂ ਨਾ ਕੋ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪ੍ਰਾਣ। ਕੋਈ ਮੁਸਲਮਾਨ ਨਹੀਂ, ਕੋਈ ਹਿੰਦੂ ਨਹੀਂ, ਸਭ ਇੱਕੋ ਪਿਤਾ ਦੇ ਪੁੱਤਰ। ਇਹ ਵੇਈ ਨਦੀ ਵਿੱਚੋਂ ਬਾਹਰ ਨਿਕਲ ਕੇ ਬਚਨ ਮਹਾਰਾਜ ਨੇ ਆਖੇ ਸੀ। ਤਾਂ ਕਹਿਣ ਦਾ ਭਾਵ ਇਹ ਆ, ਜਦੋਂ ਸੁਲਤਾਨਪੁਰ ਮਹਾਰਾਜ ਰਹੇ ਆ, ਉਸ ਵਕਤ ਮੋਦੀ ਦੀ ਕਾਰ ਕਰਦੇ ਕਰਦੇ ਵੇਈ ਨਦੀ ਵਿੱਚ ਚਲੇ ਜਾਂਦੇ ਆ। ਲੋਕ ਜਿਹੜੇ ਨਿੰਦਕ ਆ, ਜਿਹੜੇ ਬੇਵਕੂਫ ਲੋਕ ਆ, ਉਹ ਕਹਿੰਦੇ ਨੇ ਇਹਨਾਂ ਨੇ ਘਾਟਾ ਪਾਤਾ ਹੋਣਾ ਮੋਦੀ ਖਾਨੇ 'ਚ ਤੇ ਖੁਦਕੁਸ਼ੀ ਕਰ ਲਈ ਆ, ਛਾਲ ਮਾਰ ਗਏ ਨਦੀ ਵਿੱਚ, ਇਹ ਕਹਿ ਰਹੇ ਆ। ਕੁਝ ਕਹਿੰਦੇ ਇਹਦੇ ਵਿਆਜ ਤੇ ਪੈਸੇ ਥੋੜ੍ਹੀ ਦਿੰਦਾ ਸੀ ਇਹ, ਵੀ ਇਹਨੂੰ ਪੈਸੇ ਬਹੁਤ ਆਉਂਦੇ ਸੀ, ਇਹ ਤਾਂ ਰਾਜਿਆਂ ਵਾਂਗ ਵੰਡਦਾ ਸੀ, ਇਹ ਤਾਂ ਝੋਲੀਆਂ ਭਰਦਾ ਸੀ, ਇਵੇਂ ਕੋਈ ਕਿਵੇਂ ਕਰ ਸਕਦਾ ਵਾ। ਜ਼ਰੂਰ ਘਾਟਾ ਪੈ ਗਿਆ ਤੇ ਇਹਨੇ ਛਾਲ ਮਾਰਤੀ ਆ। ਸਾਰੇ ਰੋ ਰਹੇ ਆ, ਇੱਕ ਬੀਬੀ ਨਹੀਂ ਰੋ ਰਹੀ, ਉਹ ਬੇਬੇ ਨਾਨਕੀ ਜੀ ਆ। ਉਹ ਸਾਰਿਆਂ ਨੂੰ ਕਹਿਣ ਲੱਗੇ ਰੋਣ ਦੀ ਲੋੜ ਨਹੀਂ, ਉਹ ਡੁੱਬਣ ਵਾਲਿਆਂ 'ਚੋਂ ਨਹੀਂ, ਉਹ ਤਾਰਨ ਹਾਰੇ ਆ, ਉਹ ਬਚਾਉਣ ਵਾਲੇ ਆ, ਉਹ ਰਵਾਉਣ ਵਾਲੇ ਨਹੀਂ, ਹਸਾਉਣ ਵਾਲੇ ਆ। ਤਾਂ ਇਹ ਚੀਜ਼ਾਂ ਤੁਸੀਂ ਨਾ ਕਰੋ, ਉਹ ਮੁੜ ਆਉਣਗੇ। ਇਹ ਵਿਸ਼ਵਾਸ ਹੁੰਦਾ, ਵਿਸ਼ਵਾਸ ਤੇ ਹੀ ਸ਼ਰਧਾ ਬਣੀ ਆ, ਸ਼ਰਧਾ ਵਿੱਚੋਂ ਹੀ ਪਿਆਰ ਬਣਿਆ ਹੈ, ਪਿਆਰ ਵਿੱਚੋਂ ਹੀ ਯਾਦ ਬਣਦੀ ਆ, ਪ੍ਰੀਤ ਬਣਦੀ ਹੈ। ਜਿਹਦੇ ਨਾਲ ਪਿਆਰ ਆ ਉਹਦੀ ਯਾਦ ਆਉਂਦੀ ਆ, ਪਿਆਰ ਨਾਲ ਹੀ ਸਿਮਰਨ ਕੀਤਾ ਜਾਂਦਾ। ਸਿਮਰਨ ਵਿੱਚੋਂ ਸੰਤੋਖ ਆ, ਸੰਤੋਖ ਵਿੱਚੋਂ ਸਿਦਕ ਆ, ਸਿਦਕ ਵਿੱਚੋਂ ਰੱਬ ਦੀ ਪ੍ਰਾਪਤੀ ਆ। ਤਾਂ ਇਹ ਸਾਰੀਆਂ ਚੀਜ਼ਾਂ ਇੱਕ ਚੀਜ਼ ਲਾਅ ਆਫ ਅਟਰੈਕਸ਼ਨ ਜਿਹਨੂੰ ਕਹਿੰਦੇ ਆ, ਇੱਕ ਚੰਗੀ ਚੀਜ਼ ਚੰਗੀ ਆਦਤ ਨੂੰ ਖਿੱਚਦੀ ਆ, ਇੱਕ ਮਾੜਾ ਵਿਚਾਰ ਮਾੜੇ ਵਿਚਾਰ ਨੂੰ ਖਿੱਚਦਾ ਵਾ। ਤਾਂ ਬੇਬੇ ਨਾਨਕੀ ਜੀ ਦੇ ਵਿਚਾਰ ਚੰਗੇ ਸੀ, ਉਹ ਨਹੀਂ ਡੋਲੇ। ਪਰਮਾਨੰਦ ਜੀ ਉਹਨਾਂ ਦੇ ਸਹੁਰਾ ਸਾਹਿਬ ਹੰਝੂ ਵਹਾ ਰਹੇ ਆ, ਜੈ ਰਾਮ ਜੀ ਰੋ ਰਹੇ ਆ। ਮੈਂ ਕੀ ਕਹੂੰਗਾ ਕਲਿਆਣ ਚੰਦ ਨੂੰ ਕਿ ਤੁਹਾਡਾ ਪੁੱਤਰ ਡੁੱਬ ਗਿਆ, ਸਾਂਭ ਸੰਭਾਲ ਨਹੀਂ ਕੀਤੀ। ਸਭ ਚੀਜ਼ਾਂ ਗੁਰਮੁਖ ਪਿਆਰਿਓ, ਇਹ ਉੱਥੇ ਵੇਈ ਨਦੀ ਜਿਹੜੀ ਵਗਦੀ ਆ ਉੱਥੇ ਹੋਈਆਂ ਸੁਲਤਾਨਪੁਰ ਦੇ ਵਿੱਚ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਇਹ ਜਿਹੜੀ ਮੁਲਾਕਾਤ ਸੀ ਇਹ ਪਰਮਾਤਮਾ ਨਾਲ ਸੀ। ਇਹ ਵੀ ਸਾਖੀ ਮਿਲਦੀ ਹੈ। ਭਾਈ ਮਰਦਾਨਾ ਜੀ ਕਹਿਣ ਲੱਗ ਗਏ ਇੱਕ ਦਿਨ, ਕਹਿੰਦੇ ਮਹਾਰਾਜ ਮੈਨੂੰ ਕਿਉਂ ਨਹੀਂ ਲੈ ਕੇ ਗਏ ਜਦੋਂ ਉਹ ਬਾਹਰ ਆਏ 3 ਦਿਨਾਂ ਬਾਅਦ। ਪਹਿਲੀ ਵਾਰ ਰੁੱਸੇ ਆ ਭਾਈ ਮਰਦਾਨਾ ਜੀ। ਉਹ ਕਹਿਣ ਲੱਗੇ ਮਰਦਾਨਿਆਂ ਤੂੰ ਇੰਨੀ ਸੋਹਣੀ ਰਬਾਬ ਵਜਾਉਣਾ ਨਾ, ਜੇ ਮੈਂ ਤੈਨੂੰ ਲੈ ਜਾਂਦਾ ਨਾ ਨਾਲ, ਉਹਨਾਂ ਨੇ ਤੈਨੂੰ ਆਉਣ ਨਹੀਂ ਸੀ ਦੇਣਾ। ਤੇਰੀ ਰਬਾਬ ਵਿੱਚ ਇੰਨਾ ਜਾਦੂ ਆ। ਇਹ ਵੀ ਵਿਦਵਾਨਾਂ ਨੇ ਲਿਖਿਆ ਕਿ ਇਹ ਪਿਆਰ ਦੀਆਂ ਗੱਲਾਂ ਨੇ, ਵੀ ਜੇ ਤੈਨੂੰ ਮੈਂ ਉੱਥੇ ਨਾਲ ਲੈ ਜਾਂਦਾ ਸੱਚਖੰਡ, ਤੇ ਬਾਅਦ ਵਿੱਚ ਉਹਨਾਂ ਨੇ ਕਹਿਣਾ ਸੀ ਤੂੰ ਇੱਥੇ ਹੀ ਰਹਿ ਮਰਦਾਨਿਆ, ਤੂੰ ਨਾ ਜਾ ਥੱਲੇ, ਤੂੰ ਬਾਹਲੀ ਸੋਹਣੀ ਰਬਾਬ ਵਜਾਉਣਾ, ਤੂੰ ਮੈਨੂੰ ਹੀ ਸੁਣਾਇਆ ਕਰ, ਤੇ ਤੈਨੂੰ ਤਾਂ ਨਹੀਂ ਲੈ ਕੇ ਗਏ। ਇਹ ਪਿਆਰ ਦੀਆਂ ਜਿਹੜੀਆਂ ਇਹ ਭਾਵ, ਇਹ ਇੱਕ
ਭਾਵਨਾ ਦੇ ਨਾਲ ਸਮਝਣ ਵਾਲੀਆਂ ਗੱਲਾਂ ਨੇ। ਤਾਂ ਜੀਵ ਜਗ ਸਰਾਂ ਮੁਸਾਫਰਾਂ ਦੀ, ਦਿਨ ਕੱਟ ਕੇ ਭਲੇ ਤੇ ਬੁਰੇ ਜਾਂਦੇ। ਕਈ ਜੀਵ ਜਨਮ ਇੱਥੇ ਲੈਣ ਆ ਕੇ ਕਈ ਇਸ ਜਹਾਨ ਚੋਂ ਤੁਰੇ ਜਾਂਦੇ। ਕਈ ਫਲ ਦੇ ਚੇਤ ਦੀ ਰੁੱਤ ਵਾਂਗੂ, ਕਈ ਵਾਂਗ ਪਤਾਸਿਆਂ ਖੁਰੇ ਜਾਂਦੇ। ਕਈ ਵਾਂਗ ਪਤਾਸਿਆਂ ਖੁਰੇ ਜਾਂਦੇ। ਫੜ ਗੁਰੂ ਦੇ ਚਰਨ ਦਰਬਾਰ ਸਿੰਘਾ, ਇੱਥੋਂ ਮਨਮੁਖ ਬਹੁਤ ਨਿਗੁਰੇ ਜਾਂਦੇ। ਫੜ ਗੁਰੂ ਦੇ ਚਰਨ ਦਰਬਾਰ ਸਿੰਘਾ, ਇੱਥੋਂ ਮਨਮੁਖ ਬਹੁਤ ਨਿਗੁਰੇ ਜਾਂਦੇ। ਬਹੁਤ ਲੋਕ ਆ ਜਾ ਰਹੇ ਆ ਗੁਰਸਿੱਖ ਪਿਆਰਿਓ, ਇਸ ਦੁਨੀਆ ਤੋਂ ਰੁਖਸਤ ਹੋ ਰਹੇ ਆ, ਪਰ ਉਹਦੇ ਜਾਣ ਵਿੱਚ ਫਰਕ ਬਹੁਤ ਆ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਉਹ ਅਵਸਥਾ ਹੈ। ਇੱਕ ਇਹ ਆ, ਜਿਉਂ ਆਵੇ ਤਿਉਂ ਜਾਵੇ ਬੋਰੇ, ਜਿਉਂ ਜਨਮੇ ਤਿਉਂ ਮਰਨ ਭਇਆ। ਇੱਕ ਇਹ ਵੀ ਮਰਨਾ ਹੈ, ਜਿਹੋ ਜਿਹਾ ਆਇਆ ਉਹੋ ਜਿਹਾ ਗਿਆ। ਕੋਈ ਨੇਕ ਕਮਾਈ ਨਹੀਂ ਕੀਤੀ। ਇੱਕ ਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਗੁਰੂ ਸਾਹਿਬ ਕਿਰਪਾ ਕਰਨ, ਗੁਰਮੁਖਾਂ ਵਾਲਾ ਜਾਣਾ ਹੋਵੇ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ, ਬੇਬੇ ਨਾਨਕੀ ਜੀ ਦੀ ਸ਼ਾਨ, ਭਾਈ ਮਰਦਾਨਾ ਜੀ ਦੀ ਸ਼ਾਨ ਬੜੀ ਉੱਚੀ ਹੈ। ਬੋਲਦਿਆਂ ਇੱਕ ਨਹੀਂ, ਬਹੁਤ 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 ਭੁੱਲਾਂ ਹੋ ਗਈਆਂ ਸੰਗਤ ਜੀ। ਗੁਰੂ ਸਾਹਿਬ ਬਖਸ਼ ਲੈਣ ਤੇ ਆਪਣਾ ਪਿਆਰ ਤੇ ਨਿਮਰਤਾ ਬਖਸ਼ਣ। ਨਿਮਰਤਾ ਹੀ ਸਾਰੇ ਗੁਣਾਂ ਦਾ ਨਿਚੋੜ ਹੈ। ਆਓ ਰਲ ਮਿਲ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕਰੀਏ। ਦੇਹੋ ਸੱਜਣ ਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।